ਸੋ ਭਲਿਓ ਖੁਦਾਵੰਦ ਦਾ ਸ਼ੁਕਰ ਕਰੀਏ ਕਿ ਉਹਦੀਆਂ ਗੱਲਾਂ ਸੁਣਨ ਵਾਲੇ ਆ। ਤੇ ਮੇਰੀ ਤਰਫੋਂ, ਮੇਰੇ ਬੱਚਿਆਂ ਦੀ ਤਰਫੋਂ ਤੇ ਨੀਦਰਲੈਂਡ ਦੀ ਸਾਰੀ ਕਲੀਸਿਆ ਦੀ ਤਰਫੋਂ ਤੁਹਾਨੂੰ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਪਹੁੰਚੇ। ਤੇ ਆਓ ਜੇ ਕਲਾਮ ਸੁਣਨ ਵਾਲੇ ਆ ਤੇ ਕਲਾਮ ਨੂੰ ਅੱਗੇ ਸ਼ੇਅਰ ਵੀ ਕਰੀਏ, ਲਾਈਕ ਵੀ ਕਰੀਏ, ਬੈਲ ਦਾ ਬਟਨ ਦਬਾਈਏ ਤਾਂ ਕਿ ਨਵਾਂ ਤੋਂ ਨਵਾਂ ਖੁਦਾ ਦਾ ਕਲਾਮ, ਖੁਦਾ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਤੇ ਆਓ ਫਿਰ ਖੁਦਾ ਦੇ ਕਲਾਮ ਦੇ ਵਿੱਚੋਂ ਅਸੀਂ ਰਸੂਲਾਂ ਦੇ ਈਮਾਲ ਉਸ ਦਾ 20 ਬਾਬ ਤੇ 28 ਐਤ ਤੇ ਗੌਰ ਕਰਾਂਗੇ। ਤੇ ਉੱਥੇ ਲਿਖਿਆ ਮਿਲਦਾ ਹੈ ਕਿ ਤੂੰ ਆਪਣੀ ਤੇ ਆਪਣੇ ਗੱਲੇ ਦੀ ਹਿਫਾਜ਼ਤ ਕਰੀ। ਤੂੰ ਆਪਣੀ ਤੇ ਆਪਣੇ ਗੱਲੇ ਦੀ ਹਿਫਾਜ਼ਤ ਕਰੀ, ਜਿਸ ਦਾ ਰੂਲ ਕੁਦਸ ਨੇ ਤੈਨੂੰ ਨਿਗਹਿਬਾਨ ਠਹਿਰਾਇਆ ਈ। ਯਾਨੀ ਖੁਦਾ ਦੀ ਕਲੀਸਿਆ ਜਿਸ ਨੂੰ ਕਹਿੰਦਾ ਖੂਨ ਦੇ ਨਾਲ ਮੁੱਲ ਲਿਆ ਈ। ਯਸਾਇਆ 32 ਬਾਪ ਨੂੰ ਪੜ੍ਹਦੇ ਆ ਤੇ ਲਿਖਿਆ ਇੱਕ ਬਾਦਸ਼ਾਹ ਸਦਾਕਤ ਦੇ ਨਾਲ ਸਲਤਨਤ ਕਰੇਗਾ ਤੇ ਸ਼ਹਿਜ਼ਾਦੇ ਅਦਾਲਤ ਦੇ ਨਾਲ ਹੁਕਮਰਾਨੀ ਕਰਨਗੇ। ਇੱਕ ਬਾਦਸ਼ਾਹ ਆਂਦੀ ਵਿੱਚ ਪਨਾਹਗਾਹ ਦੀ ਮੰਨਤ, ਇੱਕ ਸ਼ਖਸ ਬੜੀ ਨੇਰੀ ਤੂਫਾਨ ਚੱਲ ਰਿਹਾ ਏ ਲੇਕਿਨ ਬੰਦਾ ਇੱਕੋ ਹੀ ਹੈ ਤੇ ਉਹ ਆਂਦੀ ਦੇ ਵਿੱਚ, ਬੜੇ ਵੱਡੇ ਤੂਫਾਨ ਦੇ ਵਿੱਚ ਪਨਾਹਗਾਹ ਦੀ ਮਾਨਤ ਬਣਿਆ ਤੇ ਤੂਫਾਨ ਤੋਂ ਛਿਪਣ ਦੀ ਜਗ੍ਹਾ ਤੇ ਖੁਸ਼ਕ ਜ਼ਮੀਨ ਦੇ ਵਿੱਚ ਪਾਣੀ ਦੀ ਨਦੀਆਂ ਦੀ ਮਾਨਤ ਤੇ ਮਾਂਦਗੀ ਦੀ ਜ਼ਮੀਨ ਦੇ ਵਿੱਚ ਚਟਾਨ ਦੇ ਸਾਇਆ ਦੀ ਮਾਨਤ। ਇੱਕ ਬਾਦਸ਼ਾਹ। ਤੇ ਇਹ ਬਾਦਸ਼ਾਹ ਕੌਣ ਹੈ? ਇਹ ਘਰ ਦਾ ਸਰਬਰਾਹ ਹੈ, ਜਿਹਨੇ ਆਪਣੀ ਤੇ ਆਪਣੇ ਘਰਾਨੇ ਦੀ ਖਬਰਗੀਰੀ ਕਰਨੀ ਹੈ, ਜਿਸ ਦੇ ਬਾਰੇ ਯਸਾਇਆ 38 ਬਾਬ ਤੇ 19 ਐਚ ਲਿਖਿਆ ਹੈ ਕਿ ਜ਼ਿੰਦਾ ਹੀ ਖੁਦਾਵੰਦ ਦੀ ਸਤਾਇਸ਼ ਕਰੇਗਾ, ਜਿਸ ਤਰ੍ਹਾਂ ਅੱਜ ਦੇ ਦਿਨ ਮੈਂ ਕਰਨਾ ਹੈ। ਤੇ ਜਿਹੜਾ ਬਾਪ ਹੋਏਗਾ ਉਹ ਆਪਣੇ ਬੱਚਿਆਂ ਨੂੰ ਸੱਚਾਈ ਦੀ ਖਬਰ ਉਹ ਆਪਣੇ ਬੱਚਿਆਂ ਦੀ ਰਾਖੀ ਕਰੇਗਾ। ਯਸਾਇਆ 62 ਬਾਬ 6 ਐਚ ਲਿਖਿਆ ਹੈ, ਐ ਯਰੂਸ਼ਲਮ, ਮੈਂ ਤੇਰੀਆਂ ਦੀਵਾਰਾਂ ਦੇ ਉੱਤੇ ਨਿਗਹਿਬਾਨਾਂ ਨੂੰ ਮੁਕੱਰਰ ਕੀਤਾ ਹੈ। ਇਹ ਦਿਨ ਤੇ ਰਾਤ ਕਦੀ ਖਾਮੋਸ਼ ਨਹੀਂ ਹੋਣਗੇ। ਇਹ ਖੁਦਾਵੰਦ ਦਾ ਜ਼ਿਕਰ ਕਰਨ ਵਾਲਿਓ, ਕਦੀ ਖਾਮੋਸ਼ ਨਾ ਹੋਇਓ। ਇਹ ਬਾਦਸ਼ਾਹ ਉਹ ਬਾਦਸ਼ਾਹ ਹੈ ਜਿਹਦੇ ਬਾਰੇ ਇਸਤਿਸ਼ਨਾ ਦੀ ਕਿਤਾਬ 6 ਬਾਬ 4 ਐਤ ਤੋਂ ਪੜ੍ਹੀਏ ਤੇ ਲਿਖਿਆ ਮਿਲਦਾ ਹੈ, ਇਸਰਾਈਲ ਤੇਰਾ ਰੱਬ ਇੱਕੋ ਹੀ ਹੋ, ਆਪਣੇ ਰੱਬ ਨੂੰ ਪੂਰੇ ਦਿਲੋਂ ਜਾਨ ਤਾਕਤ ਨਾਲ ਪਿਆਰ ਕਰੀ। ਤੇ ਉਹ ਗੱਲਾਂ ਜਿਹੜੀਆਂ ਤੂੰ ਵੇਖ ਲਵੇਂ ਤੇਰੇ ਦਿਲ ਤੇ ਨਕਸ਼ ਹੋ ਜਾ, ਨਕਸ਼ ਦਿਲ ਤੇ ਜਦੋਂ ਕਿਸੇ ਪੱਥਰ ਤੇ ਨਕਸ਼ ਨਗਾਰੀ ਹੁੰਦੀ ਏ ਤੇ ਕੱਟ ਕੇ ਪੱਥਰ ਨੂੰ ਥੌੜੀ ਨਾਲ ਛੈਣੀ ਨਾਲ ਕੱਟ ਕੇ ਲਿਖਿਆ ਜਾਂਦਾ ਏ। ਰੱਬ ਚਾਹੁੰਦਾ ਇਸ ਤਰ੍ਹਾਂ ਮਾਂ ਪਿਓ ਦੇ ਦਿਲ ਉੱਤੇ ਇਹ ਗੱਲਾਂ ਕੱਟ ਕੇ ਲਿਖੀਆਂ ਜਾਣ ਤੇ ਔਲਾਦ ਦੇ ਜ਼ੇਨ ਨਸ਼ੀਨ ਕਰਾਵੇ। ਘਰ ਬੈਠਿਆ, ਰਾਹ ਚੱਲਦਿਆਂ, ਲੇਟਦਿਆਂ, ਉੱਠਦੇ ਵੇਲੇ ਕਲਾਮ ਦਾ ਜ਼ਿਕਰ ਕਰੇ। ਤੇ ਨਾ ਸਿਰਫ ਆਪਣੇ ਪੁੱਤਰਾਂ ਨਾਲ ਬਲਕਿ ਇਸਤਿਸ਼ਨਾ 4 ਬਾਬ ਤੇ 9 ਐਚ ਲਿਖਿਆ, ਬੜੀ ਇਤਿਆਤ ਕਰੀ ਤੇ ਇਹੋ ਹੀ ਗੱਲਾਂ ਆਪਣੀ ਔਲਾਦ ਨੂੰ ਤੇ ਗਾਂ ਔਲਾਦ ਦੀ ਨਸਲ ਨੂੰ, ਪੋਤਰਿਆਂ ਨੂੰ ਵੀ ਦੱਸੀ। ਯਸਾਇਆ 48 ਬਾਬ ਤੇ 20 ਐਤ ਕਹਿੰਦੀ ਏ, ਬਾਬਲ ਚੋਂ ਨਿਕਲੀ, ਗੁਲਾਮੀਆਂ 'ਚ ਨਾ ਰਵੀ। ਉਹ ਗੁਲਾਮੀਆਂ ਭਰਾਓ ਤਨਜ਼ੀਮਾਂ ਦੀਆਂ ਗੁਲਾਮੀਆਂ 'ਚ ਨਾ ਰਵੀ। ਬਾਬਲ ਚੋਂ ਨਿਕਲੀ, ਕਸਤੀਆਂ ਦੇ ਦਰਮਿਆਨ ਚੋਂ ਭੱਜੀ, ਨਗਮਾਂ ਦੀ ਆਵਾਜ਼ ਨਾ ਗਾਵੀਂ ਤੇ ਬਿਆਨ ਕਰੀ ਤੇ ਉਸ ਨੂੰ ਮਸ਼ਹੂਰ ਕਰੀ ਤੇ ਉਸ ਦੀਆਂ ਖਬਰਾਂ ਜ਼ਮੀਨ ਦੇ ਕਿਨਾਰਿਆਂ ਤੱਕ ਪਹੁੰਚਾ ਦੀ। ਕਹਿੰਦਾ ਜਾਵੀਂ ਕਿ ਖੁਦਾ ਨੇ ਆਪਣੇ ਖਾਦਮ ਯਕੂਬ ਦਾ ਫਿਦਿਆ ਦਿੱਤਾ ਹੈ। ਤੇ ਜੇਕਰ ਖੁਦਾ ਨੇ ਫਿਦਿਆ ਦਿੱਤਾ ਹੈ ਤੇ ਫਿਰ ਅੱਜ ਜ਼ਰੂਰੀ ਹੈ ਕਿ ਆਪ ਬਚੀਏ, ਆਪਣੀਆਂ ਨਸਲਾਂ ਨੂੰ ਬਚਾਈਏ ਤੇ ਲੋਕਾਂ ਨੂੰ ਬਚਾਈਏ, ਆਪਣੇ ਆਪ ਨੂੰ ਰੂਹਾਂ ਲਈ ਖਰਚ ਕਰ ਦਈਏ। ਕਿਉਂਕਿ 2 ਕਰੰਥੀਓ ਅਸੀਂ ਪੜ੍ਹ ਰਹੇ ਸੀਗੇ
ਜਿਹਦੇ ਵਿੱਚ ਰਸੂਲ ਕਹਿੰਦਾ ਹੈ ਕਿ ਮੈਂ ਤੀਜੀ ਵਾਰੀ ਤੁਹਾਡੇ ਕੋਲ ਆਉਣ ਲੱਗਾ ਵਾਂ। ਦੂਸਰਾ ਕਰੰਥੀਓਂ 12 ਬਾਬ ਤੇ ਉਹਦੀ 14 ਤੋਂ 15 ਐਤ ਤੱਕ ਪੜ੍ਹ ਰਹੇ ਸੀ। ਕਹਿੰਦਾ ਤੀਜੀ ਵਾਰੀ ਤੁਹਾਡੇ ਕੋਲ ਆਉਣ ਲੱਗਾ, ਤੁਹਾਡੇ ਤੇ ਬੋਝ ਨਹੀਂ ਬਣਾਗਾ, ਕਿਉਂਕਿ ਮਾਂ ਪਿਓ ਨੂੰ ਜਮ੍ਹਾਂ ਕਰਨ ਦੀ ਜ਼ਰੂਰਤ ਹੁੰਦੀ ਹੈ, ਧੀਆਂ ਪੁੱਤਰਾਂ ਨੂੰ ਨਹੀਂ। ਤੇ ਮੈਂ ਖੁਸ਼ੀ ਦੇ ਨਾਲ ਖਰਚ ਕਰਾਂਗਾ ਤੇ ਇੰਨਾ ਖਰਚ ਕਰਾਂਗਾ ਕਿ ਖੁਦ ਖਰਚ ਹੋ ਜਾਵਾਂਗਾ। ਤੇ ਕਿਸ ਚੀਜ਼ ਲਈ? ਕਹਿੰਦਾ ਤੁਹਾਡੀਆਂ ਰੂਹਾਂ ਦੀ, ਤੁਹਾਡੀਆਂ ਰੂਹਾਂ ਬਚਾਉਣ ਲਈ। ਸੋ ਰੂਹਾਂ ਬਚਾਉਣ ਲਈ ਕਹਿੰਦਾ ਮੈਂ ਆਪਣੇ ਆਪ ਨੂੰ ਖਰਚ ਕਰ ਦਿਆਂਗਾ। ਤੇ ਇਸੇ ਕਰਕੇ ਬਈ ਭਰਾਓ ਫਿਰ ਕਹਿੰਦਾ ਏ ਕਿ ਅੰਜੀਲ ਦੇ ਹਿਸਾਬ ਨਾਲ ਕਹਿੰਦਾ ਭਾਵੇਂ 10,000 ਤੁਹਾਡੇ ਉਸਤਾਦ ਹੋ ਜਾਣ, ਪਰ ਮੈਂ ਤੁਹਾਡਾ ਪਿਓ ਹਾਂ। ਅੰਜੀਲ ਦੇ ਹਿਸਾਬ ਨਾਲ ਰਸੂਲ ਕਹਿੰਦਾ ਏ ਕਰੰਥਸ ਦੇ ਲੋਕਾਂ ਨੂੰ ਕਿ ਮੈਂ ਤੁਹਾਡਾ ਬਾਪ ਏ। ਕਿਉਂ ਕਹਿੰਦਾ ਬਈ? ਪਹਿਲਾ ਕਰੰਥੀਓ 9 ਬਾਪ ਉਹਦੀਆਂ ਪਹਿਲੀਆਂ 2 ਐਤਾਂ ਪੜ੍ਹੀਏ ਤੇ ਕਹਿੰਦਾ ਏ ਕਿਆ ਮੈਂ ਆਜ਼ਾਦ ਨਹੀਂ, ਕਿਆ ਮੈਂ ਯਸੂ ਨੂੰ ਨਹੀਂ ਵੇਖਿਆ ਜਿਹੜਾ ਸਾਡਾ ਖੁਦਾਵੰਦ ਏ। ਤੇ ਕਿਆ ਕਹਿੰਦਾ ਤੁਸੀਂ ਖੁਦਾਵੰਦ ਦੇ ਵਿੱਚ ਮੇਰੇ ਬਣਾਏ ਹੋਏ ਨਹੀਂ ਗੇ। ਉਹ ਭਰਾਓ ਬਾਈਬਲ ਦੇ ਜ਼ਰੀਏ ਕੁਝ ਬਣਾ ਲਈਏ। ਕਰੰਥਸ ਦੇ ਲੋਕਾਂ ਨੂੰ ਕਹਿੰਦਾ ਏ ਕਿਆ ਖੁਦਾਵੰਦ ਦੇ ਵਿੱਚ ਤੁਸੀਂ ਮੇਰੇ ਬਣਾਏ ਹੋਏ ਨਹੀਂ। 2 ਐਚ ਕਹਿੰਦਾ ਪਹਿਲਾ ਕਰੰਥੀਓ 9 ਬਾਬ ਦੀ 2 ਐਚ, ਅਗਰ ਮੈਂ ਹੋਰਾਂ ਲਈ ਰਸੂਲ ਨਹੀਂ ਤੇ ਬੇਸ਼ੱਕ ਤੁਹਾਡੇ ਲਈ ਤਾਂ ਹੈਗਾ ਨਾ। ਇਸ ਕਰਕੇ ਰਸੂਲ ਬਣੀਏ, ਆਪਣੇ ਬੱਚਿਆਂ ਲਈ ਬਣੀਏ, ਆਪਣੇ ਮਹੱਲੇ ਲਈ, ਸ਼ਹਿਰ ਲਈ, ਪੂਰੀ ਦੁਨੀਆ ਲਈ। ਕਿਉਂਕਿ ਕਹਿੰਦਾ ਹੈ ਅਗਰ ਮੈਂ ਹੋਰਾਂ ਲਈ ਰਸੂਲ ਨਹੀਂ ਤੇ ਬੇਸ਼ੱਕ ਤੁਹਾਡੇ ਲਈ ਤਾਂ ਹੈਗਾ ਕਿ ਨਹੀਂ, ਕਿਉਂਕਿ ਤੁਸੀਂ ਮੇਰੀ ਰਸਾਲਤ ਉੱਤੇ ਮੋਹਰ ਹੋ। ਤੇ ਆਓ ਮੂੰਹ ਨੂੰ ਖੋਲੀਏ, ਕਿਉਂਕਿ ਅਮਸਾਲ 10 ਬਾਬ 21 ਐਤ ਕਹਿੰਦੀ ਹੈ ਸਾਦਕ ਦੇ ਊਂਟ ਬਹੁਤਿਆਂ ਨੂੰ ਗੁਜ਼ਾ ਪਹੁੰਚਾਉਂਦੇ ਨੇ, ਤੁਹਾਡੇ ਮੂੰਹ ਵਿੱਚ ਤੇ ਗੁਜ਼ਾ ਰੱਖੀ ਹੋਈ ਹੈ, ਜ਼ਿੰਦਗੀ ਦੀ ਰੋਟੀ ਹੈ। ਰਸੂਲਾਂ ਦੇ ਅਮਾਲ 5 ਬਾਬ 17 ਐਤ ਤੋਂ ਪੜ੍ਹ ਕੇ ਵੇਖ ਲਓ। ਫਰਿਸ਼ਤੇ ਨੇ ਆਣ ਕੇ ਕੈਦ ਚੋਂ ਛਡਾਇਆ ਏ। ਜਦੋਂ ਸਦੂਕੀਆਂ ਦੇ ਫਿਰਕੇ ਦੇ ਸਰਦਾਰਾਂ ਨੇ ਰਸੂਲਾਂ ਨੂੰ ਉਹਨਾਂ ਨੂੰ ਕੈਦ 'ਚ ਰੱਖ ਦਿੱਤਾ ਸੀਗਾ, ਫਰਿਸ਼ਤੇ ਨੇ ਆਣ ਕੇ ਛਡਾਇਆ ਏ ਤੇ ਆਖਿਆ ਤੁਹਾਡੇ ਕੋਲ ਜ਼ਿੰਦਗੀ ਦੀਆਂ ਗੱਲਾਂ ਨੇ ਤੇ ਜਾਓ ਜਾ ਕੇ ਲੋਕਾਂ ਨੂੰ ਦੱਸਿਓ। ਉਹ ਸੁਬਾਹ ਹੁੰਦੀਆਂ ਹੀ ਉਹਨਾਂ ਨੇ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਦੱਸਦੇ ਹੀ ਨਹੀਂ, ਚੁੱਪ ਕਰਕੇ ਉਹਨਾਂ ਗੱਲਾਂ ਨੂੰ ਦਬਾਈ ਰੱਖਣੇ ਆ। ਹਾਲਾਂਕਿ ਲਿਖਿਆ ਵਧਾਵੀਂ ਘਟਾਵੀਂ ਨਾ, ਲੇਕਿਨ ਜੋ ਕੁਝ ਸੁਣਿਆ ਉਹ ਤੇ ਦੱਸ ਲਈ। ਤੇ ਇਸੇ ਕਰਕੇ ਲੂਕਾ ਦੀ ਇੰਜੀਲ ਪਹਿਲਾ ਬਾਬ ਪਹਿਲੀ ਐਤ ਨੂੰ ਪੜ੍ਹੀਏ ਤੇ ਕਹਿੰਦਾ ਜੋ ਕੁਝ ਕਲਾਮ ਤਰਤੀਬਵਾਰ ਲਿਖਿਆ ਹੈ, ਬਹੁਤ ਲੋਕਾਂ ਨੇ ਹੁਣ ਕਮਰ ਬੰਨ੍ਹ ਲਈਏ ਕਿ ਉਹਨਾਂ ਨੂੰ ਜਿੱਦਾਂ ਤਰਤੀਬਵਾਰ ਲਿਖਿਆ ਹੈ ਉਸੇ ਤਰ੍ਹਾਂ ਬਿਆਨ ਕਰੀਏ। ਤੀਤਸ ਦਾ ਖਤ 2 ਬਾਪ ਉਹਦੀ ਪਹਿਲੀ ਐਤ ਨੂੰ ਪੜ੍ਹੀਏ ਤੇ ਲਿਖਿਆ ਹੈ ਤੂੰ ਉਹ ਗੱਲਾਂ ਬਿਆਨ ਕਰ ਜਿਹੜੀਆਂ ਸਹੀ ਤਨੀਮ ਦੇ ਮੁਤਾਬਕ ਹੈ। ਤੇ ਆਓ ਫਿਰ ਬਿਆਨ ਕਰੀਏ, ਕਿਉਂਕਿ ਜ਼ਬੂਰ 119 ਉਹਦੀ 43 ਐਤ 'ਚ ਲਿਖਿਆ ਹੈ ਹੱਕ ਗੱਲ ਨੂੰ ਮੇਰੇ ਮੂੰਹ ਤੋਂ ਜਦਾ ਨਾ ਹੋਣ ਦੇ, ਮੇਰਾ ਤਮਾਦ ਤੇਰੇ ਕਲਾਮ ਉੱਤੇ ਹੈ। ਤੇ ਆਓ ਫਿਰ ਐਸੇ ਪਿਓ ਬਣੀਏ ਜਿਹਦੇ ਬਾਰੇ ਇਮਾਲ 20 ਬਾਬ ਤੇ 28 ਐਤ 'ਚ ਆਖਿਆ ਹੈ ਤੂੰ ਆਪਣੀ ਵੀ ਤੇ ਆਪਣੇ ਗੱਲੇ ਦੀ ਖਬਰਗੀਰੀ ਕਰੀ। ਜਿਸ ਦਾ ਰੂਲ ਕੁਦਸ ਨੇ ਤੈਨੂੰ ਨਿਗੇਬਾਨ ਠਹਿਰਾਇਆ, ਤੇ ਜੇਕਰ ਨਿਗੇਬਾਨ ਠਹਿਰਾਇਆ ਤੇ ਕਰੀਏ। ਉਹ ਯਸਾਇਆ ਨਬੀ ਦਾ ਸੀਫਾ 62 ਬਾਬ ਜਦੋਂ ਪੜ੍ਹਦੇ ਨਾ ਤੇ ਲਿਖਿਆ ਮਿਲਦਾ ਹੈ ਕਿ ਸਿਉਣ ਦੀ ਖਾਤਰ, ਖੁਦਾ ਦੇ ਲੋਕਾਂ ਦੀ, ਆਪਣੇ ਘਰ ਵਾਸਤੇ ਨਹੀਂ ਨਿਰਾ, ਸਿਉਣ ਦੀ ਖਾਤਰ ਮੈਂ ਚੁੱਪ ਨਹੀਂ ਰਵਾਂਗਾ, ਤੇ ਯਰੂਸ਼ਲਮ ਦੀ ਖਾਤਰ ਮੈਂ ਦਮ ਨਹੀਂ ਲਵਾਂਗਾ ਜਦੋਂ ਤੱਕ ਉਹਦੀ ਸਦਾਕਤ ਨੂਰ ਦੀ ਤਰ੍ਹਾਂ ਨਾ ਚਮਕੇ ਤੇ ਉਹਦੀ ਨਜਾਤ ਰੋਸ਼ਨ ਚਿਰਾਗ ਦੀ ਤਰ੍ਹਾਂ ਜਲਵਾਗਰ ਨਾ ਹੋਵੇ। ਫਿਰ ਕੌਮਾਂ ਉੱਤੇ ਜਦੋਂ ਤੂੰ ਬੋਲੇਗਾ, ਤੂੰ ਚੁੱਪ ਨਹੀਂ ਰਹੇਗਾ, ਉਹ ਲੋਕ ਕਹਿਣਗੇ ਇਹਨੂੰ ਹੋ ਕੀ ਗਿਆ ਏ, ਉਹ ਇਹ ਕਿਉਂ ਬੋਲੀ ਜਾਂਦਾ ਹੈ। ਫਿਰ ਲਿਖਿਆ ਫਿਰ ਕੌਮਾਂ ਦੇ ਉੱਤੇ ਤੇਰੀ ਸਦਾਕਤ, ਜਦੋਂ ਤੂੰ ਚੁੱਪ ਨਹੀਂ ਰਹੇਗਾ, ਤੂੰ ਬੋਲੇਗਾ, ਗੱਲਾਂ ਕਰੇਗਾ, ਕਲਾਮ ਦੀਆਂ ਗੱਲਾਂ ਕਰੇਗਾ। ਕਿਉਂਕਿ ਅਮਸਾਲ 23 ਬਾਪ ਉਹਦੀ 10 ਐਚ ਲਿਖਿਆ ਏ ਜਦੋਂ ਤੇਰੇ ਮੂੰਹ ਚੋਂ ਸੱਚੀਆਂ ਗੱਲਾਂ ਨਿਕਲਣਗੀਆਂ।
ਸੋ ਸੱਚੀਆਂ ਗੱਲਾਂ ਨਹੀਂ ਮੂੰਹ ਖੋਲ੍ਹਣਾ ਹੈ, ਝੂਠੀਆਂ ਗੱਲਾਂ ਨਹੀਂ। ਕਿਉਂਕਿ ਯੂਬ ਦੀ ਕਿਤਾਬ ਨੂੰ ਪੜ੍ਹੀਏ ਤੇ ਬਾਈਬਲ ਦੱਸਦੀ ਏ ਕਿ ਜੇ ਤੂੰ ਝੂਠ 'ਚ ਮੂੰਹ ਖੋਲ੍ਹਿਆ ਤੇ ਕੋਈ ਹੋਰ ਤੇਰੇ ਤੇ ਜੁਰਮ ਲਾਉਣ ਵਾਲਾ ਕੋਈ ਨਹੀਂ ਹੋਣਾ, ਬਲਕਿ ਤੇਰੇ ਹੋਂਠਾਂ ਨੇ ਤੇਰੇ ਖਿਲਾਫ ਗਵਾਹ ਲੱਗਣਾ, ਤੇਰੇ ਮੂੰਹ ਨੇ। ਇਸ ਕਰਕੇ ਸੱਚ ਲਈ ਮੂੰਹ ਖੋਲੀਏ। ਸੋ ਲਿਖਿਆ ਏ ਯਸਾਇਆ 62 ਬਾਬ ਉਹਦੀ ਜਿਸ ਵੇਲੇ 2 ਆਇਤ ਨੂੰ ਪੜ੍ਹਦੇ, ਪਹਿਲੀ ਆਇਤ ਨੂੰ ਪੜ੍ਹਦੇ ਆ, ਤੇ ਲਿਖਿਆ ਜਦੋਂ ਤੂੰ ਚੁੱਪ ਨਹੀਂ ਰਵੇਂਗਾ ਫਿਰ ਤੇਰੀ ਸਦਾਕਤ, ਸਿਯੋਨ ਦੀ ਖਾਤਰ ਚੁੱਪ ਨਾ ਰਿਓ, ਯਰੂਸ਼ਲਮ ਦੀ ਖਾਤਰ ਦਮ ਨਾ ਲਿਓ, ਜਦੋਂ ਤੱਕ ਉਹਦੀ ਸਦਾਕਤ ਨੂਰ ਦੀ ਤਰ੍ਹਾਂ ਨਾ ਚਮਕੇ ਤੇ ਉਹਦੀ ਨਜਾਤ ਰੋਸ਼ਨ ਚਿਰਾਗ ਦੀ ਤਰ੍ਹਾਂ ਰੋਸ਼ਨ ਨਾ ਹੋਵੇ, ਜਲਵਾ ਕਰਨਾ ਹੋਵੇ, ਫਿਰ ਕੌਮਾਂ ਉੱਤੇ ਤੇਰੀ ਸਦਾਕਤ ਤੇ ਬਾਦਸ਼ਾਹਾਂ ਦੇ ਉੱਤੇ ਤੇਰੀ ਸ਼ੌਕਤ ਜ਼ਾਹਰ ਹੋਏਗੀ ਤੇ ਤੂੰ ਨਵੇਂ ਨਾਂ ਤੋਂ ਕਲਾਵੇਂਗੀ। ਜਿਹੜਾ ਖੁਦਾ ਦੇ ਮੂੰਹ ਚੋਂ ਨਿਕਲੇਗਾ ਤੇ ਤੂੰ ਆਪਣੇ ਖੁਦਾ ਦੇ ਹੱਥ ਵਿੱਚ ਜਲਾਲੀ ਤਾਜ, ਤੂੰ ਆਪਣੇ ਖੁਦਾ ਦੇ ਹੱਥ ਵਿੱਚ ਜਲਾਲੀ ਤਾਜ ਤੇ ਖੁਦਾ ਦੀ ਹਥੇਲੀ ਉੱਤੇ ਸ਼ਾਹਾਨਾ ਅਫਸਰ ਬਣੇਗੀ। ਪਰ ਉਹ ਇਹ ਦਿਲੀ ਵਿੱਚ ਚਲਾਉਣਾ ਪਵੇਗਾ, ਬੋਲਣਾ ਪਵੇਗਾ। ਅਬਲੀਸ ਬੋਲਣ ਨਹੀਂ ਦਿੰਦਾ, ਲੇਕਿਨ ਹੱਕ ਦੀ ਆਵਾਜ਼ ਨੂੰ, ਅੰਜੀਲ ਨੂੰ ਫੈਲਾਉਣਾ ਪਵੇਗਾ। ਅਯੂਬ 15 ਬਾਬ ਜਿਸ ਵੇਲੇ ਅਸੀਂ 4 ਐਤ ਤੋਂ ਪੜ੍ਹੀਏ ਨਾ ਤੇ ਲਿਖਿਆ ਮਿਲਦਾ ਖੌਫ ਤੇਰੇ ਵਿੱਚ ਹੈ ਕੋਈ ਨਹੀਂ, ਤੇ ਤੂੰ ਖੁਦਾ ਦੇ ਹਜ਼ੂਰ ਫਿਰ ਇਬਾਦਤ ਨੂੰ ਜ਼ਾਇਲ ਕਰਨਾ, ਕਿਉਂਕਿ ਤੈਨੂੰ ਰੂਹਾਂ ਦਾ ਤੇ ਖੌਫ ਹੀ ਨਹੀਂ, ਤੇ ਤੇਰਾ ਗੁਨਾਹ ਤੇਰੇ ਮੂੰਹ ਨੂੰ ਸਿਖਾਉਂਦਾ ਪਿਆ ਹੈ, ਤੇ ਤੂੰ ਯਾਰਾਂ ਦੀ ਬੋਲੀ ਬੋਲਣਾ, ਯਾਰਾਂ ਦੀ ਧੋਖੇਬਾਜ਼ਾਂ ਨੂੰ, ਤੇ ਤੇਰਾ ਹੀ ਮੂੰਹ ਤੈਨੂੰ ਮੁਲਜ਼ਮ ਠਹਿਰਾਉਂਦਾ ਹੈ, ਨਾ ਕਿ ਮੈਂ, ਬਲਕਿ ਤੇਰੇ ਹੀ ਹੋਂਠ ਤੇਰੇ ਖਿਲਾਫ ਗਵਾਹ ਲੱਗਦੇ। ਜੇ ਤੇ ਇਹਨਾਂ ਹੋਂਠਾਂ ਨੂੰ ਸੱਚ ਲਈ ਖੋਲਾਂਗੇ, ਕਲਾਮ ਲਈ ਖੋਲਾਂਗੇ ਤੇ ਰੱਬ ਰਾਜ਼ੀ ਹੋਏਗਾ, ਵਰਨਾ ਇਹ ਹੋਈ ਗਲਤ ਬਿਆਨੀ ਲਈ ਇਹ ਹੋਈ ਹੋਂਠ ਸਾਡੇ ਤੇ ਗਵਾਹ ਲੱਗ ਜਾਣੇ ਨੇ। ਤੇ ਆਓ ਸੱਚ ਲਈ ਆਪਣੇ ਮੂੰਹ ਨੂੰ ਖੋਲੀਏ, ਬਾਪ ਬਣੀਏ ਤੇ ਜ਼ਿੰਦਾ ਪਿਓ ਬਣੀਏ, ਭਰਾਓ ਚੰਗੇ ਰਹਿ ਜਾਂਗੇ। ਤੇ ਬਈ ਕਲਾਮ ਨੂੰ ਲਾਈਕ ਵੀ ਕਰਿਓ, ਕਲਾਮ ਨੂੰ ਸ਼ੇਅਰ ਵੀ ਕਰਿਓ, ਬੈਲ ਦਾ ਬਟਨ ਵੀ ਦਬਾਇਓ, ਤਾਂ ਕਿ ਖੁਦਾਵੰਦ ਦਾ ਕਲਾਮ ਤੁਹਾਡੇ ਤੱਕ ਪਹੁੰਚਦਾ ਰਹੇ, ਜਿਹੜਾ ਕਦਮਾਂ ਲਈ ਚਿਰਾਗ ਤੇ ਰਾਹ ਲਈ ਰੋਸ਼ਨੀ ਹੈ, ਤੇ ਅਸੀਂ ਸਾਰੇ ਮਿਲ ਕੇ ਸਿੱਖੀਏ ਤੇ ਬਰਕਤ ਪਾਈਏ। ਸੋ ਖੁਦਾ ਤੈਨੂੰ ਬਰਕਤ ਦੇਵੇ।